ਭੂਰਿਆਂ ਵਾਲੇ ਰਾਜੇ ਕੀਤੇ ਭਾਗ 48। ਲਖਪਤ ਰਾਏ ਦਾ ਸਿੰਘਾਂ ਮਗਰ ਲੱਗਣਾ, ਪਹਾੜੀਆਂ ਦਾ ਸਿੰਘਾਂ ਨਾਲ ਧਰੋਹ ਅਤੇ ਸਰਦਾਰ ਸੁੱਖਾ ਸਿੰਘ ਮਾੜੀ ਕੰਬੋਕੀ ਦਾ ਭਰਪੂਰ ਹੱਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਸਪਤ ਰਾਏ ਆਪਣੇ ਵਿਉਹ ਦੇ ਅਕੜੇਵੇਂ ਕਰਕੇ ਸਿੰਘਾਂ ਦੇ ਗਲ ਪਿਆ ਸੀ ਅਤੇ ਬਦੋ ਬਦੀ ਇਹ ਲੜਾਈ ਉਸ ਨੇ ਉਹਨਾਂ ਦੇ ਗਲ ਪਾਈ ਸੀ। ਦਲ ਖਾਲਸਾ ਜਸਪਤ ਰਾਏ ਨੂੰ ਕਤਲ ਕਰਕੇ ਐਮਨਾਬਾਦ ਤੇ ਜਾ ਪਿਆ ਤੇ ਸ਼ਹਿਰ ਨੂੰ ਚੰਗੀ ਤਰ੍ਹਾਂ ਲੁੱਟ ਕੇ ਦਰਿਆ ਰਾਵੀ ਦੀ ਝੱਲ ਵਿੱਚ ਆ ਵੜਿਆ। ਲਖਪਤ ਰਾਏ ਸ਼ਹਿਰੀ ਸਿੱਖਾਂ ਦੇ ਕਤਲੇਆਮ ਤੋਂ ਵਿਹਲਾ ਹੋ ਕੇ ਦਲ ਖਾਲਸੇ ਦੇ ਵਿਨਾਸ਼ ਲਈ ਚੜ੍ਹਿਆ। ਇਸ ਵੇਲੇ ਸਭ ਸਿੰਘ ਰਾਵੀ ਦੀਆਂ ਝੱਲਾਂ ਵਿੱਚ ਲੁਕੇ ਹੋਏ ਸਨ। ਇਸ ਵੇਲੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਸਰਦਾਰ ਨੌਧ ਸਿੰਘ ਸ਼ੁਕਰ ਚੱਕੀਆ, ਸਰਦਾਰ ਸੁੱਖਾ ਸਿੰਘ ਮਾੜੀ ਕੰਬੋਕੀ, ਸਰਦਾਰ ਗੁਰਦਿਆਲ ਸਿੰਘ ਡੱਲੇਵਾਲੀਆ ਆਦਿ ਉੱਘੇ ਜਥੇਦਾਰ ਸਨ। ਲਖਪਤ ਰਾਏ ਨੇ ਪੰਜਾਬ ਦੀ ਸਾਰੀ ਸ਼ਾਹੀ ਫੌਜ ਸਮੇਤ ਤੋਪਖਾਨੇ ਦੇ ਇਕੱਠੀ ਕੀਤੀ। ਇਲਾਕੇ ਦੇ ਸਭ ਫੌਜਦਾਰ ਤੇ ਚੌਧਰੀ ਆਪਣੀਆਂ ਧਾੜਾਂ ਲੈ ਕੇ ਨਾਲ ਆ ਮਿਲੇ। ਲਖਪਤ ਰਾਏ ਇਹ ਟਿੱਡੀ ਦਲ ਲੈ ਕੇ ਇਸ ਸਿਰਿਓਂ ਝੱਲਾਂ ਨੂੰ ਝਾੜਨ ਲੱਗ ਪਿਆ। ਸਿੰਘ ਝੱਲੋ ਝੱਲੀ ਹੌਲੀ ਹੌਲੀ ਅੱਗੇ ਵਧਦੇ ਜਾਂਦੇ ਸਨ ਅਤੇ ਲਖਪਤ ਰਾਏ ਹਾਥੀ ਤੇ ਬੈਠਾ ਮਗਰ ਮਗਰ ਵਧਿਆ ਆ ਰਿਹਾ ਸੀ। ਕਈ ਵਾਰ ਆਪਸ ਵਿੱਚ ਲੜਾਈ ਵੀ ਹੋਈ, ਪਰ ਬਹੁਤਿਆਂ ਅੱਗੇ ਥੋੜਿਆਂ ਦੀ ਕੀ ਪੇਸ਼ ਜਾ ਸਕਦੀ ਸੀ। ਸਿੰਘਾਂ ਪਾਸ ਨਾ ਕੋਈ ਰਸਤ ਦਾਣੇ ਦਾ ਸਮਾਨ ਸੀ ਅਤੇ ਨਾ ਹੀ ਗੋਲੀ ਬਾਰੂਦ। ਇੱਕ ਹਿਸਾਬ ਨਾਲ ਇਹ ਬਿਲਕੁਲ ਅਸਾਮੀ ਲੜਾਈ ਸੀ। ਸਿੰਘਾਂ ਪਾਸ ਹੱਠ, ਅਣਖ, ਦਲੇਰੀ ਤੇ ਹਰ ਹਾਲਤ ਵਿੱਚ ਆਪਣੀ ਜਿੱਤ ਦਾ ਨਿਸ਼ਚਾ ਵੱਡੇ ਹਥਿਆਰ ਸਨ। ਲਖਪਤ ਰਾਏ ਦੀ ਫੌਜ ਝੱਲ ਨੂੰ ਘੇਰਾ ਪਾ ਕੇ ਤੋਪਾਂ ਜੰਬੂਰਿਆਂ ਨਾਲ ਗੋਲੇ ਵਰਾਉਂਦੀ। ਅੱਗੋਂ ਸਗਵਾਂ ਜਵਾਬ ਦੇਣ ਲਈ ਸਿੰਘਾਂ ਪਾਸ ਕੋਈ ਤੋਪ, ਜੰਬੂਰਾ ਜਾਂ ਰਹਿਕਲਾ ਨਹੀਂ ਸੀ। ਜਿੱਧਰ ਗੋਲੇ ਡਿੱਗਦੇ ਉਹ ਪਾਸਾ ਛੱਡ ਦੂਜੇ ਪਾਸੇ ਹੋ ਕੇ ਬੜੀ ਤੇਜ਼ੀ ਦੇ ਨਾਲ ਵੈਰੀ ਫੌਜ ਤੇ ਛਾਪਾ ਮਾਰ ਕੇ 2.5 ਫੱਟਾਂ ਵਾਲੀ ਲੜਾਈ ਕਰਦੇ ਹੋਏ ਨੁਕਸਾਨ ਕਰਕੇ ਮੁੜ ਝੱਲ ਵਿੱਚ ਆ ਵੜਦੇ। ਸਰਦਾ ਤਾਂ ਗੋਲੀ ਬਾਰੂਦ ਬਿਨਾਂ ਵੀ ਨਹੀਂ ਸੀ, ਪਰ ਢਿੱਡ ਨੂੰ ਝੁਲਕਾ ਦੇਣ ਲਈ ਵੀ ਤਾਂ ਕੁਝ ਪ੍ਰਬੰਧ ਹੋਵੇ। ਸਾਰਾ ਦੇਸ਼ ਵੈਰੀ, ਗੋਲੀ ਬਾਰੂਦ ਤੇ ਖਾਣ ਪੀਣ ਨੂੰ ਕਿੱਥੋਂ ਮਿਲੇ? ਜੋ ਕੁਝ ਪਾਸ ਸੀ ਉਹ ਮੁੱਕ ਚੁੱਕਾ ਸੀ। ਸਿਰਫ ਵਾਹਿਗੁਰੂ ਦੇ ਨਾਮ ਦਾ ਹੀ ਆਸਰਾ ਸੀ। ਝੱਲ ਵਿੱਚੋਂ ਜੋ ਕੁਝ ਮਿਲਦਾ ਖਾ ਕੇ ਗੁਜ਼ਾਰਾ ਕਰਦੇ, ਪਰ ਆਪਣੀ ਅਣਖ ਦੇ ਡਟੇ ਰਹੇ। ਜਦ ਵੇਖਦੇ ਕਿ ਇਸ ਝੱਲ ਵਿੱਚ ਹੋਰ ਅਟਕਣਾ ਔਖਾ ਹੈ ਤਾਂ ਅਗਲੇ ਝੱਲ ਵਿੱਚ ਜਾ ਵੜਦੇ। ਇਸ ਤਰ੍ਹਾਂ ਹੌਲੀ ਹੌਲੀ ਦਰਿਆ ਰਾਵੀ ਦੇ ਸੱਜੇ ਕੰਢੇ ਪਹਾੜ ਵੱਲ ਨੂੰ ਵੱਧਦੇ ਜਾਂਦੇ ਸਨ। ਇੱਕ ਦਿਨ ਸਿੰਘਾਂ ਨੇ ਵੈਰੀ ਫੌਜ ਉੱਤੇ ਲੌਡੇ ਵੇਲੇ ਹੱਲਾ ਬੋਲ ਦਿੱਤਾ। ਥੋੜੇ ਸਮੇਂ ਦੀ ਲੜਾਈ ਵਿੱਢ ਕੇ ਸਿੰਘ ਪਿਛਾਂਹ ਨੂੰ ਵਾਗਾਂ ਮੋੜ ਕੇ ਨੱਸ ਉੱਠੇ। ਦੁਸ਼ਮਣ ਨੇ ਸਮਝਿਆ ਕਿ ਸਿੱਖ ਮੈਦਾਨ ਛੱਡ ਕੇ ਜਾਨ ਬਚਾਉਣ ਲਈ ਦੂਰ ਨਿਕਲ ਗਏ ਸਨ, ਸੋ ਉਹ ਅਵੇਸਲੇ ਹੋ ਗਏ। ਪਰ ਸਿੰਘ ਆਪਣੇ ਦਾਅ ਤੇ ਹਨ। ਅੱਧੀ ਕੁ ਰਾਤ ਨੂੰ ਉਹਨਾਂ ਲਖਪਤ ਰਾਏ ਦੀ ਫੌਜ ਤੇ ਬੜਾ ਭਰਪੂਰ ਹੱਲਾ ਕੀਤਾ। ਫੌਜ ਵਿੱਚ ਹਲਚਲ ਮਚ ਗਈ। ਕਿਸੇ ਨੂੰ ਇੱਕ ਦੂਜੇ ਦੀ ਸੁੱਧ ਲੈਣ ਦੀ ਸੁਰਤ ਨਾ ਰਹੀ। ਬਹੁਤ ਸਾਰੇ ਹਨੇਰੇ ਵਿੱਚ ਆਪੋ ਵਿੱਚ ਜੁੱਟ ਪਏ ਤੇ ਕੱਟ ਮਰੇ। ਅਨੇਕਾਂ ਖਾਲਸੇ ਦੀ ਤੇਗ ਭੇਟ ਹੋ ਗਏ। ਫੌਜ ਦੇ ਸੰਭਲਣ ਤੇ ਤਿਆਰ ਹੋਣ ਤੱਕ ਸਿੰਘ ਸੈਂਕੜਿਆਂ ਨੂੰ ਕਤਲ ਕਰਕੇ ਘੋੜੇ ਖੋਹ ਕੇ ਜਿੱਧਰੋਂ ਆਏ ਸਨ ਉਧਰ ਹੀ ਗਾਇਬ ਹੋ ਗਏ। ਇਸ ਸ਼ਬ ਖੂਨ ਨੇ, ਜਿਸ ਦਾ ਕਿਸੇ ਨੂੰ ਚੇਤਾ ਵੀ ਨਹੀਂ ਸੀ, ਵੈਰੀ ਫੌਜ ਦੇ ਹੌਸਲੇ ਨੂੰ ਪਸਤ ਕਰ ਦਿੱਤਾ। ਲਖਪਤ ਰਾਏ ਨੇ ਵੱਡੇ ਵੱਡੇ ਇਨਾਮਾਂ ਦਾ ਲਾਲਚ ਦੇ ਕੇ ਫੇਰ ਫੌਜਾਂ ਦੀ ਢਾਰਸ ਬਣਾਈ ਤੇ ਅੱਗੇ ਨਾਲੋਂ ਉਹ ਵਧੇਰੇ ਗੋਲਾਬਾਰੀ ਕਰਨ ਲੱਗਾ। ਸਿੰਘ ਇਹ ਛਾਪਾ ਮਾਰ ਕੇ ਮੁੜ ਝੱਲ ਵਿੱਚ ਜਾ ਵੜੇ ਸਨ। ਉਹਨਾਂ ਦਾ ਖਿਆਲ ਸੀ ਕਿ ਲਖਪਤ ਰਾਏ 4 ਕੁ ਦਿਨ ਝੱਖ ਮਾਰ ਕੇ ਲਾਹੌਰ ਵਾਪਸ ਮੁੜ ਜਾਵੇਗਾ। ਉਹਨਾਂ ਨੂੰ ਇਹ ਪਤਾ ਨਹੀਂ ਸੀ ਕਿ ਉਹ ਬੇਰੀ ਦਾ ਛਾਪਾ ਬਣ ਕੇ ਐਸਾ ਚਿੰਬੜੇਗਾ ਕਿ ਮਗਰੋਂ ਲੈਣ 'ਚ ਹੀ ਨਹੀਂ ਆਵੇਗਾ। ਨਹੀਂ ਤਾਂ ਇਸ ਵੇਲੇ ਝੱਲ ਚੋਂ ਨਿਕਲ ਦਰਿਆ ਟੱਪ ਕੇ ਦੁਆਬੇ ਮਾਲਵੇ ਬੜੀ ਆਸਾਨੀ ਨਾਲ ਜਾ ਸਕਦੇ ਸਨ। ਜਦ ਲਖਪਤ ਰਾਏ ਨੇ ਪਿੱਛਾ ਨਾ ਛੱਡਿਆ ਤਾਂ ਸਿੰਘਾਂ ਨੇ ਸੋਚਿਆ ਕਿ ਪੜੋਲ ਕਠੂਏ ਵੱਲ ਵੱਧ ਚਲੋ। ਇਹ ਸਾਰੇ ਪਹਾੜੀ ਖੇਤਰ ਵਿੱਚ ਹਿੰਦੂਆਂ ਦੀ ਵਸੋਂ ਹੈ। ਇਹਨਾਂ ਦੇ ਸਿਰੋਂ ਅਸਾਂ ਤੁਰਕ ਦੀ ਜ਼ੁਲਮੀ ਛੱਟ ਲਾਈ ਹੋਈ ਹੈ, ਇਸ ਲਈ ਇਹ ਲਾਜ਼ਮੀ ਸਾਡੀ ਸਹਾਇਤਾ ਕਰਨਗੇ। ਪਰ ਖਾਲਸੇ ਨੇ ਇਹ ਨਾ ਸਮਝਿਆ ਕਿ ਜਹੀਆ ਖਾਨ ਦਾ ਹੱਥ ਠੋਕਾ ਬਣ ਕੇ ਇੱਕ ਹਿੰਦੂ ਲਖਪਤ ਰਾਏ
ਸਾਡੀ ਮੁਕੰਮਲ ਤਬਾਹੀ ਕਰਨ ਲਈ ਲੱਕ ਬੰਨੀ ਹੱਥ ਧੋ ਕੇ ਮਗਰ ਲੱਗਾ ਆ ਰਿਹਾ ਹੈ, ਤਾਂ ਅੱਗੇ ਪਹਾੜੀ ਹਿੰਦੂ ਕਦ ਮਿੱਤਰ ਬਣਨ ਲੱਗੇ ਹਨ। ਅੱਗੇ ਲਖਪਤ ਰਾਏ ਵੀ ਕੋਈ ਕੱਚੀਆਂ ਗੋਲੀਆਂ ਨਹੀਂ ਸੀ ਖੇਡਿਆ ਹੋਇਆ। ਉਸ ਨੇ ਉਹਨਾਂ ਪਹਾੜੀਆਂ ਨੂੰ ਹੁਕਮ ਭੇਜ ਕੇ ਪਹਿਲਾਂ ਹੀ ਆਪਣੇ ਨਾਲ ਗੰਢ ਲਿਆ ਹੋਇਆ ਸੀ। ਲਾਹੌਰ ਦਰਬਾਰ ਵੱਲੋਂ ਕਰੜਾ ਹੁਕਮ ਭਿਜਵਾ ਛੱਡਿਆ ਸੀ ਕਿ ਕੋਈ ਸਿੱਖ ਬਚ ਕੇ ਨਾ ਨਿਕਲੇ। ਸਿੱਖਾਂ ਦੀ ਸਹਾਇਤਾ ਕਰਨ ਵਾਲੇ ਨੂੰ ਮੌਤ ਦੀ ਸਜ਼ਾ ਤੇ ਸਿੱਖ ਮਾਰਨ ਵਾਲੇ ਨੂੰ ਇਨਾਮ ਦਾ ਹੁਕਮ ਪਹਾੜੀਆਂ ਤੱਕ ਪੁੱਜ ਚੁੱਕਾ ਸੀ। ਪਹਾੜੀਆਂ ਦਾ ਸਿੰਘਾਂ ਨਾਲ ਧਰੋ। ਲਖਪਤ ਰਾਏ ਦੇ ਇਸ ਅਗਾਊਂ ਕੀਤੇ ਪ੍ਰਬੰਧ ਦਾ ਸਿੰਘਾਂ ਨੂੰ ਕੋਈ ਪਤਾ ਨਹੀਂ ਸੀ। ਸਿੰਘ ਪਹਾੜਾਂ ਤੇ ਚੜ੍ਹਨ ਲੱਗੇ ਤਾਂ ਅੱਗੇ ਪਹਾੜੀਆਂ ਦੇ ਪਰੇ ਨਜ਼ਰ ਆਏ। ਇਹਨਾਂ ਸਮਝਿਆ ਕਿ ਕੀਤੇ ਅਹਿਸਾਨਾਂ ਦਾ ਮੁੱਲ ਚੁਕਾਉਣ ਲਈ ਸਾਨੂੰ ਅੱਗੋਂ ਲੈਣ ਆਏ ਹਨ, ਸੋ ਬੇਧੜਕ ਹੋ ਕੇ ਉਹਨਾਂ ਵੱਲ ਵੱਧ ਗਏ। ਜੋ ਉਹਨਾਂ ਦੇ ਕਾਬੂ ਆਏ ਉਹਨਾਂ ਉਸ ਵੇਲੇ ਹੀ ਮਾਰ ਦਿੱਤੇ। ਜੋ ਮਗਰ ਆ ਰਹੇ ਸਨ ਉਹਨਾਂ ਨੂੰ ਗੋਲੀਆਂ ਦਾ ਨਿਸ਼ਾਨਾ ਬਣਾਉਣਾ ਆਰੰਭ ਕਰ ਦਿੱਤਾ। ਹੁਣ ਸਿੰਘਾਂ ਨੂੰ ਸੋਝੀ ਪਈ ਕਿ ਅਸੀਂ ਤਾਂ ਕੁਥਾਂ ਆ ਫਸੇ ਹਾਂ। ਸਿੰਘਾਂ ਸਿਰ ਘੋਰ ਬਿਪਤਾ। ਕੌਣ ਸਿੰਘਾਂ ਦੀ ਉਸ ਸਮੇਂ ਸਿਰ ਪਈ ਬਿਪਤਾ ਦਾ ਅਨੁਮਾਨ ਲਾ ਸਕਦਾ? ਸਾਹਮਣੇ ਪਹਾੜ ਹੈ ਜਿਸ ਉੱਪਰ ਇਨਾਮਾਂ ਦੇ ਲਾਲਚ ਵਿੱਚ ਗਰਸੇ ਹੋਏ ਪਹਾੜੀਏ ਹਥਿਆਰ ਚੁੱਕੀ ਲੜਨ ਲਈ ਤਿਆਰ ਖੜੇ ਹਨ। ਪਿੱਛੇ ਲਖਪਤ ਰਾਏ ਫੌਜ ਨਾਲ ਗੋਲਾਬਾਰੀ ਕਰਦਾ ਚੜ੍ਹਿਆ ਆ ਰਿਹਾ ਹੈ। ਚੜ੍ਹਦੇ ਪਾਸੇ ਰਾਵੀ ਦਰਿਆ ਠਾਠਾਂ ਮਾਰ ਰਿਹਾ ਸੀ। ਸਿੰਘ ਤਿੰਨਾਂ ਪਾਸਿਆਂ ਤੋਂ ਬੁਰੀ ਤਰ੍ਹਾਂ ਘਿਰੇ ਹੋਏ ਸਨ। ਸਲਾਹ ਇਹ ਹੋਈ ਕਿ ਰਾਵੀ ਟੱਪ ਕੇ ਮਾਝੇ ਦੁਆਬੇ ਵੱਲ ਖਿੰਡ ਜਾਈਏ, ਫਿਰ ਕਦੇ ਇਕੱਠੇ ਹੋ ਕੇ ਲੱਖੂ ਨਾਲ ਨਿਬੜ ਲਵਾਂਗੇ। ਪਰ ਰਾਵੀ ਦਾ ਬਹਾਓ ਇਸ ਥਾਂ ਐਸਾ ਤਿੱਖਾ ਸੀ ਕਿ ਕੋਈ ਵੀ ਠਿੱਲ ਕੇ ਪਾਰ ਨਹੀਂ ਸੀ ਲੱਗ ਸਕਦਾ। ਸਰਦਾਰ ਗੁਰਦਿਆਲ ਸਿੰਘ ਡੱਲੇਵਾਲੀਏ ਦੇ ਦੋ ਭਰਾਵਾਂ ਨੇ ਹਿੰਮਤ ਕਰਕੇ ਘੋੜੇ ਦਰਿਆ ਵਿੱਚ ਸੁੱਟੇ ਕਿ ਗਾਣ ਦਾ ਪਤਾ ਕੀਤਾ ਜਾਵੇ ਤੇ ਆਪਣੇ ਭਰਾਵਾਂ ਨੂੰ ਬਚਾ ਕੇ ਲੈ ਨਿਕਲੀਏ। ਪਰ ਨਾ ਘੋੜਿਆਂ ਦਾ ਪਤਾ ਲੱਗਾ ਨਾ ਸਿੰਘਾਂ ਦਾ। ਅੰਤੇ ਸਲਾਹ ਛੱਡ ਦਿੱਤੀ ਗਈ। ਸਿੰਘ ਪਹਾੜਾਂ ਉੱਤੇ ਪੈਦਲ ਚੜੇ। ਹੁਣ ਅੱਗੇ ਕੀ ਕੀਤਾ ਜਾਵੇ? ਤਿੰਨੀ ਪਾਸੀ ਮੌਤ ਮੂੰਹ ਅੱਡੀ ਖੜੀ ਸੀ। ਸਿੰਘਾਂ ਸੋਚਿਆ ਕਿ ਲਖਪਤ ਨਾਲੋਂ ਪਹਾੜੀਆਂ ਨੂੰ ਜਿੱਤ ਲੈਣਾ ਸੌਖਾ ਹੈ, ਸੋ ਪਹਾੜੀਆਂ ਉੱਤੇ ਹੱਲਾ ਬੋਲ ਦਿੱਤਾ ਤੇ ਮਾਰ-ਮਾਰ ਪਿਛਾਂਹ ਹਟਾ ਕੇ ਇੱਕ ਪਹਾੜੀ ਉੱਤੇ ਵੀ ਕਬਜ਼ਾ ਕਰ ਲਿਆ। ਵੱਡੀ ਔਖੀ ਗੱਲ ਇਹ ਸੀ ਕਿ ਘੋੜਿਆਂ ਲਈ ਪਹਾੜ ਤੇ ਚੜ੍ਹਨਾ ਬਹੁਤ ਮੁਸ਼ਕਲ ਸੀ। ਹਥਿਆਰਾਂ ਨਾਲ ਘੋੜਿਆਂ ਲਈ ਪੌਡੇ ਬਣਾਉਂਦੇ, ਪੱਥਰ ਭੰਨ ਕੁੱਟ ਕੇ ਪਰਾਂ ਕਰਦੇ, ਘੋੜੇ ਫਿਰ ਵੀ ਨਾ ਚੜ੍ਹ ਸਕਣ। ਜੋ ਤਿਲਕਿਆ ਸਿੱਧਾ ਖੱਡ 'ਚ ਗਿਆ। ਕੇਵਲ ਪੈਦਲ ਆਦਮੀ ਹੀ ਚੜ੍ਹ ਸਕਦੇ ਸਨ। ਸੋ ਹੁਣ ਇਹ ਗੁਰਮਤਾ ਪਕਾਇਆ ਕਿ ਜੋ ਪੈਦਲ ਸਿੰਘ ਹਨ ਪਹਾੜਾਂ ਤੇ ਚੜ੍ਹਨ ਤੇ ਪਹਾੜੀਆਂ ਨੂੰ ਮਾਰ ਕੁੱਟ ਕੇ ਪਿਛਾਂਹ ਧੱਕਦੇ ਹੋਏ ਜਿਸ ਤਰ੍ਹਾਂ ਵੀ ਹੋ ਸਕੇ ਆਪਣੇ ਆਪ ਨੂੰ ਬਚਾ ਕੇ ਕਿਧਰੇ ਨਿਕਲ ਜਾਣ, ਅਤੇ ਜੋ ਸਵਾਰ ਹਨ ਉਹ ਪਹਾੜ ਦਿਆਂ ਪੈਰਾਂ ਲਾਗੇ ਡਟ ਕੇ ਖਲੋਣ ਤੇ ਜਿੰਨਾ ਚਿਰ ਪੈਦਲ ਸਿੰਘ ਪਹਾੜਾਂ ਤੇ ਨਹੀਂ ਚੜ੍ਹ ਜਾਂਦੇ ਮੁਗਲ ਫੌਜਾਂ ਨੂੰ ਪੈਦਲ ਸਿੰਘਾਂ ਵੱਲ ਨਾ ਵਧਣ ਦੇਣ। ਉਪਰੰਤ ਲੱਖੂ ਦੀ ਫੌਜ ਤੇ ਧਾਵਾ ਬੋਲ ਕੇ ਉਸ ਨੂੰ ਚੀਰ ਪਾੜ ਕੇ ਵਿੱਚ ਦੀ ਲੰਘ ਜਾਇਆ ਜਾਵੇ ਤੇ ਫਿਰ ਮਾਝੇ ਵੱਲ ਨਿਕਲ ਜਾਣ। ਲਾਹੌਰੀ ਫੌਜ ਨੂੰ ਪਿਛਾਂਹ ਧੱਕ ਕੇ ਪੈਦਲ ਤਾਂ ਪਹਾੜਾਂ ਤੇ ਚੜ੍ਹਾ ਦਿੱਤੇ, ਪਰ ਕਈ ਦਿਨਾਂ ਦੇ ਢਿੱਡੋਂ ਭੁੱਖਿਆਂ ਤਿਹਾਇਆਂ ਨੇ ਕੀ ਕਰ ਤੇ ਲੜ ਲੈਣਾ ਸੀ। ਇਨ੍ਹਾਂ ਤੋਂ ਪਹਾੜੀਏ ਜਿੱਤੇ ਨਾ ਜਾ ਸਕੇ, ਕਿਉਂਕਿ ਥੋੜਿਆਂ ਦੀ ਬਹੁਤਿਆਂ ਅੱਗੇ ਕੋਈ ਪੇਸ਼ ਨਾ ਜਾਵੇ। ਕੁਝ ਮਾਰੇ ਗਏ, ਕੁਝ ਫੜ ਲਏ ਜੋ ਪਿੱਛੋਂ ਲਾਹੌਰ ਭੇਜ ਦਿੱਤੇ ਗਏ। ਕੁਝ ਸਿੰਘ ਪਹਾੜੀਆਂ ਨੂੰ ਚੀਰ ਪਾੜ ਕੇ ਸੁੱਟ ਗਏ ਤੇ ਪਹਾੜੋਂ ਪਹਾੜੀ ਹਜ਼ਾਰਾਂ ਮੁਸੀਬਤਾਂ ਝੱਲਦੇ ਹੋਏ ਕੀਰਤਪੁਰ ਜਾ ਇਕੱਠੇ ਹੋਏ ਅਤੇ ਮਹੀਨਿਆਂ ਪਿੱਛੋਂ ਸੂਹ ਪੱਤੇ ਕੱਢ ਕੇ ਸਿੰਘਾਂ ਵਿੱਚ ਜਾ ਰਹੇ। ਪੰਥ ਦੀ ਸ਼ਕਤੀ ਦੇ ਪ੍ਰਤੀਕ ਤੇ ਦਲ ਖਾਲਸਾ ਦੀ ਰੀੜ੍ਹ ਦੀ ਹੱਡੀ ਘੋੜਿਆਂ ਵਾਲੇ ਹੀ ਸਨ। ਪੈਦਲ ਸਿੰਘਾਂ ਨੂੰ ਪਹਾੜਾਂ ਤੇ ਚੜ੍ਹਾ ਕੇ ਹੁਣ ਉਹ ਲਖਪਤ ਰਾਏ ਦੀਆਂ ਫੌਜਾਂ ਸਾਹਮਣੇ ਹੋਏ ਇੱਕ ਬਾਹੀ ਤੇ ਜਾ ਪਏ। ਸ਼ਾਹੀ ਸੈਨਾ ਨੇ ਇਹਨਾਂ ਤੁੰਦ ਸ਼ੇਰਾਂ ਦਾ ਕੀ ਟਾਕਰਾ ਕਰ ਲੈਣਾ ਸੀ। ਹੁਰਲ ਹੋ ਗਈ ਤੇ ਮੋਰਚੇ ਤੇ ਸਿੰਘਾਂ ਕਬਜ਼ਾ ਕਰ ਲਿਆ। ਇਹ ਲੜਾਈ ਬਹੁਤ ਦੇਰ ਤੱਕ ਜਾਰੀ ਰੱਖਣਾ ਸਿੰਘਾਂ ਲਈ ਲਾਹੇਵੰਦਾ ਨਹੀਂ ਸੀ। ਗੁਰਮਤਾ ਇਹ ਹੋਇਆ ਕਿ ਸ਼ਾਹੀ ਸੈਨਾ ਨੂੰ ਮਾਰ ਕੁੱਟ ਕੇ ਵਿੱਚ ਦੀ ਲੰਘ ਜਾਇਆ ਜਾਵੇ। ਸਰਦਾਰ ਸੁੱਖਾ ਸਿੰਘ ਮਾੜੀ ਕੰਬੋਕੀ ਦਾ ਭਰਪੂਰ ਹੱਲਾ। ਸਰਦਾਰ ਸੁੱਖਾ ਸਿੰਘ ਨੇ ਕਿਹਾ ਕਿ ਸਿੰਘੋ, ਵੈਰੀ ਰਾਹ ਰੋਕੀ ਖੜਾ ਹੈ ਤੇ ਇੱਕਾ ਇੱਕ ਕਰਨ ਤੇ ਤੁਲਿਆ ਹੋਇਆ ਹੈ। ਜਾਨਾਂ ਲੁਕਾਇਆ ਨਹੀਂ ਸਰਨਾ। ਧਾ ਕੇ ਵੈਰੀ ਦੇ ਗਲ ਪੈ ਜਾਈਏ। ਘੇਰੇ 'ਚ ਆ ਕੇ ਮਰਨ ਨਾਲੋਂ
ਵੈਰੀ ਦੇ ਗਲ ਲਾ ਕੇ ਮਰੀਏ ਅਤੇ ਸਿੰਘਾਂ ਦੀ ਤੇਗ ਦੇ ਜੌਹਰਾਂ ਦੀ ਪਰਖ ਹੋ ਜਾਵੇ। ਲਖਪਤ ਰਾਏ ਦੇ ਛੋਟੇ ਭਰਾ ਜਸਪਤ ਰਾਏ ਨੇ ਸਿੰਘਾਂ ਨਾਲ ਲੜ ਕੇ ਸਵਾਦ ਵੇਖ ਲਿਆ, ਅੱਜ ਵੱਡੇ ਨੂੰ ਮਜ਼ਾ ਚਖਾ ਦਈਏ। ਇਹੋ ਜਿਹਾ ਵੇਲਾ ਫਿਰ ਹੱਥ ਨਹੀਂ ਆਉਣਾ। ਸੂਰਮਿਓ ਆਓ ਮੇਰੇ ਮਗਰ ਆਓ, ਜਿਸ ਨੇ ਮਰਦਾਂ ਵਾਂਗ ਲੱਖੂ ਨਾਲ ਡਹਿ ਕੇ ਮਰਨਾ ਹੈ। ਇਹ ਲਲਕਾਰਾ ਸੁਣ ਕੇ ਸਤਿ ਸ੍ਰੀ ਅਕਾਲ ਦੇ ਜੈਕਾਰੇ ਛੱਡਦੇ ਹੋਏ ਸਿੰਘ ਵੈਰੀ ਉੱਤੇ ਟੁੱਟ ਪਏ। ਲੜਾਈ ਬੜੀ ਗਹਿ-ਗੱਚ ਹੋਈ। ਸ਼ਾਹੀ ਸੈਨਾ ਸਿੰਘਾਂ ਅੱਗੇ ਸੰਭਲ ਨਾ ਸਕੀ। ਮਾਰੋ ਮਾਰ ਕਰਦੇ ਹੋਏ ਉਹ ਸੈਨਾ ਅੰਦਰ ਦੂਰ ਤੱਕ ਘੁਸ ਗਏ। ਲਖਪਤ ਰਾਏ ਜੰਬੂਰੀਆਂ ਤੇ ਤੋਪਾਂ ਵਿਚਕਾਰ ਲਾਲ ਅੰਬਾਰੀ ਵਾਲੇ ਹਾਥੀ ਉੱਤੇ ਬੈਠਾ ਸੀ। ਸਿੰਘਾਂ ਦਾ ਕਹਿਰੀ ਹੱਲਾ ਵੇਖ ਕੇ ਲਖਪਤ ਰਾਏ ਹਾਥੀ ਤੋਂ ਉਤਰ ਘੋੜੇ ਤੇ ਸਵਾਰ ਹੋ ਬੈਠਾ ਤੇ ਜਾਨ ਬਚਾਉਣ ਲਈ ਨੱਸਣ ਲਈ ਸੋਚਣ ਲੱਗਾ। ਵਧੀ ਦਾ ਢੋ ਇੱਕ ਪਲ ਭਰ ਦਾ ਫਰਕ ਪਿਆ ਕਿ ਐਨ ਉਸੇ ਵੇਲੇ ਸਰਦਾਰ ਸੁੱਖਾ ਸਿੰਘ ਦੀ ਲੱਤ ਤੇ ਜੰਬੂਰੇ ਦਾ ਗੋਲਾ ਆ ਵੱਜਾ, ਜਿਸ ਨੇ ਪੱਟ ਦੀ ਹੱਡੀ ਤੋੜ ਦਿੱਤੀ। ਸੂਰਮੇ ਨੇ ਲੱਤ ਹੰਨੇ ਨਾਲ ਬੰਨ੍ਹ ਲਈ ਤੇ ਮਾਰੂ ਸੱਟ ਦਾ ਖਿਆਲ ਨਾ ਕਰਦਾ ਹੋਇਆ ਪਹਿਲਾਂ ਵਾਂਗ ਹੀ ਲੜਦਾ ਰਿਹਾ। ਜੋ ਮੂਹਰੇ ਆਇਆ ਪਾੜ ਕੇ ਦੋ ਕਰ ਦਿੱਤਾ, ਪਰ ਉਹ ਆਪਣੇ ਨਿਸ਼ਾਨੇ ਤੇ ਨਾ ਪਹੁੰਚ ਸਕਿਆ। ਇਹ ਪਾਸਾ ਦੱਬੀਂਦਾ ਤੇ ਲਖਪਤ ਰਾਏ ਦੀ ਜਾਨ ਨੂੰ ਖਤਰਾ ਵੇਖ ਕੇ ਉਸ ਦਾ ਪੁੱਤਰ ਹਰਭੱਜ ਰਾਏ, ਜਈਆ ਖਾਨ ਦਾ ਪੁੱਤਰ ਨਾਰ ਖਾਂ ਤੇ ਹੋਰ ਕਈ ਜਰਨੈਲ ਆ ਗਏ। ਉਧਰ ਸਰਦਾਰ ਸੁੱਖਾ ਸਿੰਘ ਦੀ ਮਦਦ ਵਾਸਤੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਤੇ ਕਈ ਸਰਦਾਰ ਆ ਗਏ। ਬੜੀ ਖੂਨ ਵੀਟਵੀਂ ਲੜਾਈ ਹੋਈ। ਇਸ ਆਸਾਵੀ ਲੜਾਈ ਵਿੱਚ ਸਿੱਖਾਂ ਨਾਲੋਂ ਲਖਪਤ ਰਾਏ ਦਾ ਕਈ ਗੁਣਾ ਜ਼ਿਆਦਾ ਨੁਕਸਾਨ ਹੋਇਆ। ਉਸ ਦਾ ਪੁੱਤਰ ਹਰਭੱਜ ਰਾਏ, ਸੂਬੇਦਾਰ ਜਈਆ ਖਾਨ ਦਾ ਪੁੱਤਰ ਨਾਹਰ ਖਾਨ, ਕਰਮ ਬਖਸ਼ ਫੌਜਦਾਰ ਰਸੂਲ ਨਗਰੀਆ ਤੇ ਮਖਮੂਰ ਖਾਂ ਆਦਿ ਸਮੇਤ ਕਈ ਸ਼ਾਹੀ ਸੈਨਾ ਦੇ ਉੱਘੇ ਸੂਰਮੇ ਸਿੰਘਾਂ ਹੱਥੋਂ ਮਾਰੇ ਗਏ। ਸਿੰਘ ਘੇਰਾ ਤੋੜ ਕੇ ਨਿਕਲ ਗਏ। ਉੱਚੀਆਂ ਚੜੀਆਂ ਆਉਂਦੀਆਂ ਛੱਲਾਂ ਵਾਂਗ ਜੋਸ਼ ਵਿੱਚ ਵਧਦੀਆਂ ਆ ਰਹੀਆਂ ਫੌਜਾਂ ਵਿੱਚ ਸਿੰਘਾਂ ਨੇ ਭਗਦੜ ਮਚਾ ਦਿੱਤੀ। ਵੈਰੀ ਨੂੰ ਚੀਰ ਕੇ ਸਿੰਘ ਅੱਗੇ ਨਿਕਲ ਗਏ। ਸਾਰਾ ਮੈਦਾਨ ਘਾਇਲਾਂ ਤੇ ਮਿਰਤਕਾਂ ਨਾਲ ਅਟ ਗਿਆ, ਪਰ ਲਖਪਤ ਰਾਏ ਸਿੰਘਾਂ ਦੇ ਅੜਿੱਕੇ ਨਾ ਆਇਆ ਤੇ ਬਚ ਗਿਆ। ਇਹ ਘਟਨਾ 2 ਜੇਠ 1803 ਬਿਕਰਮੀ 2 ਜੂਨ 1746 ਈਸਵੀ ਦੀ ਹੈ। ਸਿੰਘਾਂ ਨੂੰ ਆਪਣੇ ਘੱਤੇ ਹੋਏ ਘੇਰੇ ਚੋਂ ਨਿਕਲ ਗਏ ਵੇਖ ਕੇ ਵੈਰੀ ਹੌਸਲਾ ਢਾਹ ਬੈਠਾ। ਥੋੜੀ ਦੂਰ ਅੱਗੇ ਜਾ ਕੇ ਸਿੰਘਾਂ ਵੀ ਜੰਗਲ ਵਿੱਚ ਡੇਰੇ ਲਾ ਦਿੱਤੇ। ਵੈਰੀ ਫੌਜ ਤੇ ਸਿੰਘਾਂ ਦਾ ਸ਼ਬ ਖੂਨ ਭਾਵ ਸ਼ਪੋਲ। ਲਖਪਤ ਰਾਏ ਦੀ ਫੌਜ ਜੋ ਸਾਰਾ ਦਿਨ ਡਾਢੇ ਵੈਰੀ ਨਾਲ ਜੂਝਦੀ ਰਹਿ ਕੇ ਥੱਕੀ ਪਈ ਸੀ ਨੇ ਉੱਥੇ ਹੀ ਡੇਰੇ ਜਮਾ ਲਏ। ਪਰ ਦੂਜੇ ਪਾਸੇ ਸਿੰਘਾਂ ਨੂੰ ਆਰਾਮ ਕਿੱਥੇ। ਰਾਤ ਨੂੰ ਅਗਲੇ ਕਦਮ ਲਈ ਸਿੰਘ ਇਕੱਠੇ ਹੋਏ। ਸਰਦਾਰ ਸੁੱਖਾ ਸਿੰਘ ਅਤੇ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਨੇ ਸਿੰਘਾਂ ਨੂੰ ਕਿਹਾ, ਸੂਰਮਿਓ, ਕਲਗੀਧਰ ਪਾਤਸ਼ਾਹ ਨੇ ਮਿਹਰ ਕੀਤੀ, ਤੁਸੀਂ ਤੇਗਾਂ ਨਾਲ ਰਸਤਾ ਬਣਾ ਕੇ ਵੈਰੀ ਫੌਜਾਂ ਵਿੱਚ ਦੀ ਸੁਰਖਰੂ ਨਿਕਲ ਆਏ ਹੋ। ਵਾਹਿਗੁਰੂ ਦਾ ਕੋਟ ਕੋਟ ਧੰਨਵਾਦ। ਅੱਜ ਨਿਕਲੇ ਹਾਂ, ਪਰ ਭਲਕੇ ਫੇਰ ਉਹ ਸਾਡੇ ਮਗਰ ਚੜੂ। ਸਾਡਾ ਪੰਥ ਅਜੇ ਦੁਰੇਡਾ ਹੈ। ਆਪਣੀ ਮੰਜ਼ਲ ਤੇ ਅੱਪੜਨ ਵਾਸਤੇ ਸਾਨੂੰ ਘੋੜਿਆਂ, ਸ਼ਸਤਰਾਂ ਤੇ ਹੋਰ ਲੋੜੀਂਦੀਆਂ ਵਸਤਾਂ ਦੀ ਲੋੜ ਹੈ। ਜਰਾ ਸੋਚੋ, ਉਹ ਸਾਨੂੰ ਕਿੱਥੋਂ ਮਿਲ ਸਕਦੀਆਂ ਹਨ? ਬਸ ਪੰਥ ਦੇ ਉਸੇ ਵੈਰੀ ਲੱਖੂ ਕੋਲੋਂ, ਤੇ ਉਹ ਐਸ ਵੇਲੇ ਸਾਥੋਂ ਕੋਈ ਬਹੁਤੀ ਦੂਰ ਵੀ ਨਹੀਂ। ਸਾਨੂੰ ਨੱਸ ਕੇ ਸਮਝ ਕੇ ਵੈਰੀ ਜਿੱਤ ਦੀ ਮਸਤੀ ਵਿੱਚ ਬੜੀ ਬੇਫਿਕਰੀ ਨਾਲ ਸੁੱਤਾ ਪਿਆ ਹੈ। ਇਹ ਵੇਲਾ ਹੈ ਸਾਡੀ ਸਫਲਤਾ ਦਾ। ਗਾਫਲ ਹੋ ਕੇ ਸੁੱਤੇ ਪਏ ਵੈਰੀ ਉੱਤੇ ਹੱਲਾ ਕਰਕੇ ਮਨ ਮਰਜ਼ੀ ਦਾ ਸਮਾਨ ਲੈ ਆਓ। ਜਰਾ ਵਿਚਾਰੋ, ਉਹਨਾਂ ਜੁਝਾਰੂ ਸੂਰਮਿਆਂ ਦਾ ਹੌਸਲਾ। ਅਖੇ ਤਾਂ ਵੈਰੀ ਦੇ ਨਰਗੇ ਚੋਂ ਨਿਕਲਣ ਦਾ ਰਾਹ ਕੋਈ ਨਹੀਂ ਲੱਭਦਾ, ਤੇ ਜੇ ਸਿਰ ਤਲੀਆਂ ਤੇ ਰੱਖ ਮਰ ਮਰਾ ਕੇ ਬਾਹਰ ਨਿਕਲੇ ਹੀ ਹਨ ਤਾਂ ਫਿਰ ਜਾਨ ਦੀ ਬਾਜ਼ੀ ਲਾ ਕੇ ਵੈਰੀ ਉੱਤੇ ਚੋਟ ਮਾਰਨ ਦੀ ਧਾਰ ਲਈ ਹੈ। ਗੁਰਮਤਾ ਸੋਧਿਆ ਗਿਆ। ਸਰਦਾਰ ਸੁੱਖਾ ਸਿੰਘ ਉਸੇ ਹੀ ਹਾਲਤ ਵਿੱਚ ਹਮਲੇ ਦੀ ਅਗਵਾਈ ਲਈ ਅੱਗੇ ਹੋ ਤੁਰਿਆ। ਸ਼ਾਹੀ ਸੈਨਾ ਬੇਫਿਕਰ ਹੋ ਕੇ ਸੁੱਤੀ ਪਈ ਸੀ। ਸਿੰਘਾਂ ਸ਼ਹਿ ਸ਼ਹਿ ਪਾਸ ਅੱਪੜ ਕੇ ਬੜੀ ਤੇਜ਼ੀ ਨਾਲ ਹਮਲਾ ਕੀਤਾ। ਸਿਰ ਹੀ ਨਾ ਪੁੱਟਣ ਦਿੱਤਾ। ਜੋ ਕਾਬੂ ਆਏ ਤਲਵਾਰ ਦੀ ਧਾਰ ਲੰਘਾਏ ਤੇ ਜੋ ਕੁਝ ਹੱਥ ਲੱਗਾ ਸਮੇਟ ਕੇ ਜਿੱਧਰੋਂ ਆਏ ਸਨ ਉਧਰ ਚੱਲਦੇ ਬਣੇ। ਭੂਰੀਆਂ ਵਾਲੇ ਰਾਜੇ ਕੀਤੇ। ਲੇਖਕ ਪ੍ਰਿੰਸੀਪਲ ਸਵਰਨ ਸਿੰਘ ਚੂਸਲੇਵਾੜ। ਆਵਾਜ਼ ਭਾਈ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।